Hello everyone, welcome to the session. I hope you all are doing fine. ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਆਪਾਂ ਸ਼ੁਰੂ ਕਰਨ ਜਾ ਰਹੇ ਹਾਂ 3rd ਚੈਪਟਰ 5th ਕਲਾਸ ਬੁੱਕ ਮਾਈ ਵਰਲਡ ਦਾ, ਜਿਹਦਾ ਨਾਮ ਹੈ ਲਾਈਕਸ ਐਂਡ ਡਿਸਲਾਈਕਸ। ਲਾਈਕਸ ਐਂਡ ਡਿਸਲਾਈਕਸ ਤੋਂ ਭਾਵ ਹੈ ਪਸੰਦ ਤੇ ਨਾਪਸੰਦ। Weight and height of all the students are being measured in Arsh's school. ਅਰਸ਼ ਦੇ ਸਕੂਲ ਵਿੱਚ ਸਾਰੇ ਵਿਦਿਆਰਥੀਆਂ ਦੀ ਵਜਨ ਤੇ ਨਾਲ ਦੀ ਨਾਲ ਕੱਦ ਮਾਪਿਆ ਜਾ ਰਿਹਾ ਹੈ। There was a scale painted on the wall bearing inches, feet, meters and centimeters. Inch, feet, meters and centimeter ਵਾਲਾ ਇੱਕ ਜਿਹੜਾ ਸਕੇਲ ਹੈਗਾ ਉਹ ਕੰਧ ਤੇ ਲੱਗਿਆ ਹੋਇਆ ਸੀ। Students were coming by turns and standing near the measured wall. ਤੇ ਬੱਚੇ ਵਿਦਿਆਰਥੀ ਵਾਰੀ-ਵਾਰੀ ਆ ਰਹੇ ਸਨ ਅਤੇ ਜਿਹੜੀ ਮਾਪ ਵਾਲੀ ਕੰਧ ਸੀ ਉਹਦੇ ਕੋਲ ਜਾ ਕੇ ਖੜੇ ਹੋ ਰਹੇ ਸਨ। The teacher was measuring the height of each student and recording this data in a register. ਤੇ ਜਿਹੜੇ ਅਧਿਆਪਕ ਸਨ ਉਹ ਹਰ ਵਿਦਿਆਰਥੀ ਦੀ ਉਚਾਈ ਮਾਪ ਰਹੇ ਸਨ ਅਤੇ ਉਸ ਡੇਟਾ ਨੂੰ ਇੱਕ ਰਜਿਸਟਰ ਵਿੱਚ ਦਰਜ ਕਰ ਰਹੇ ਸਨ। Height of Arsh was 4 feet and 7 inches, whereas his friend Bhola was measured 4 feet and 5 inches. ਅਰਸ਼ ਦੀ ਜਿਹੜੀ ਹਾਈਟ ਸੀ ਉਹ ਸੀਗੀ 4 ਫੁੱਟ ਤੇ 7 ਇੰਚ ਤੇ ਉਹਦੇ ਜਿਹੜੇ ਦੋਸਤ ਸੀਗੇ ਭੋਲਾ ਉਹਦੀ ਹਾਈਟ ਸੀ 4 ਫੁੱਟ 5 ਇੰਚਸ। Arsh was the smallest among the boys, whereas Simran was the tallest among the girls. ਤੇ ਜੇ ਗੱਲ ਕੀਤੀ ਜਾਏ ਅਰਸ਼ ਦੀ ਉਹ ਮੁੰਡਿਆਂ ਵਿੱਚੋਂ ਸਭ ਤੋਂ ਲੰਬਾ ਸੀ ਤੇ ਸਿਮਰਨ ਸਭ ਤੋਂ ਲੰਬੀ ਤੇ ਉੱਚੀ ਸੀ ਕੁੜੀਆਂ ਵਿੱਚੋਂ। Her mother was also very tall. ਉਸਦੀ ਮਾਂ ਵੀ ਬਹੁਤ ਲੰਬੀ ਸੀ। Thereafter weight of all the children was recorded. ਇਸ ਤੋਂ ਬਾਅਦ ਸਾਰੇ ਬੱਚਿਆਂ ਦਾ ਭਾਰ ਦਰਜ ਕੀਤਾ ਗਿਆ। Arsh was thin as compared to healthy Bhola. Arsh ਤੰਦਰੁਸਤ ਭੋਲੇ ਦੇ ਮੁਕਾਬਲੇ ਕਾਫੀ ਪਤਲਾ ਸੀ। Arsh was 30 kg in weight, whereas Bhola weighed 32 kg. Arsh ਦਾ ਭਾਰ 30 ਕਿਲੋ ਸੀ ਤੇ ਨਾਲ ਦੀ ਨਾਲ ਜੇ ਭੋਲਾ ਦੀ ਗੱਲ ਕੀਤੀ ਜਾਏ ਉਹਦਾ 32 ਕਿਲੋ ਸੀ। Though Arsh was taller, Bhola was heavier than Arsh. ਭਾਵੇਂ ਅਰਸ਼ ਲੰਬਾ ਸੀ ਪਰ ਭੋਲਾ ਅਰਸ਼ ਨਾਲੋਂ ਵੀ ਭਾਰਾ ਸੀ। Arsh asked his teacher why Bhola is heavier. ਤੇ ਅਰਸ਼ ਨੇ ਆਪਣੇ ਅਧਿਆਪਕ ਨੂੰ ਪੁੱਛਿਆ ਵੀ ਭੋਲਾ ਭਾਰਾ ਕਿਉਂ ਹੈ। Teacher said, Bhola belongs to the family of wrestlers. ਤੇ ਅਧਿਆਪਕ ਨੇ ਦੱਸਿਆ ਕਿਹਾ ਵੀ ਭੋਲਾ ਪਹਿਲਵਾਨਾਂ ਦੇ ਪਰਿਵਾਰ ਨਾਲ ਸੰਬੰਧ ਰੱਖਦਾ ਹੈ। His elder brother is in the wrestling team of the school. ਉਸਦਾ ਵੱਡਾ ਭਰਾ ਸਕੂਲ ਦੀ ਕੁਸ਼ਤੀ ਟੀਮ ਵਿੱਚ ਹੈ। His father is also heavy. ਤੇ ਉਸਦੇ ਪਿਤਾ ਜੀ ਵੀ ਭਾਰੇ ਹਨ। He has good health like his father, but your weight is less as compared to your age and height. ਉਸਦੀ ਵੀ ਆਪਣੇ ਪਿਤਾ ਵਾਂਗ ਚੰਗੀ ਸਿਹਤ ਹੈ ਪਰ ਤੁਹਾਡੀ ਉਮਰ ਦੇ ਮੁਕਾਬਲੇ ਤੁਹਾਡਾ ਭਾਰ ਘੱਟ ਹੈ। You must drink milk and take good diet to maintain weight proportionally to your height and age. ਤੇ ਅਧਿਆਪਕ ਦੱਸਦੇ ਨੇ ਵੀ ਤੁਸੀਂ ਵੀ ਦੁੱਧ ਪੀਆ ਕਰੋ ਅਤੇ ਆਪਣੇ ਭਾਰ ਨੂੰ ਬਰਕਰਾਰ ਰੱਖਣ ਲਈ ਚੰਗੀ ਖੁਰਾਕ ਲਓ। ਤੁਹਾਡੀ ਉਚਾਈ ਤੇ ਤੁਹਾਡੀ ਜਿਹੜੀ ਉਮਰ ਹੈਗੀ ਹੈ ਉਹ ਹਿਸਾਬ ਨਾਲ ਹੋਣੀ ਚਾਹੀਦੀ ਹੈ। ਇਸ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਭੋਲਾ ਕਹਿੰਦਾ he seldom drinks milk. His mother always insists him to drink it. ਤੇ ਭੋਲਾ ਦੱਸਦਾ ਉਹ ਦੁੱਧ ਘੱਟ ਹੀ ਪੀਂਦਾ ਹੈ, ਉਸਦੀ ਮਾਂ ਹਮੇਸ਼ਾ ਉਸਨੂੰ ਪੀਣ ਦੇ ਲਈ ਜ਼ੋਰ ਦਿੰਦੀ ਹੈ। ਟੀਚਰ ਵਾਈ ਡੋਂਟ ਯੂ ਡਰਿੰਕ ਮਿਲਕ। ਅਧਿਆਪਕ ਪੁੱਛਦੇ ਨੇ ਅਰਸ਼ ਤੁਸੀਂ ਦੁੱਧ ਕਿਉਂ ਨਹੀਂ ਪੀਂਦੇ। ਅਰਸ਼ ਆਈ ਡੂ ਨਾਟ ਲਾਈਕ ਇਟ। ਤੇ ਅਰਸ਼ ਜਵਾਬ ਦਿੰਦਾ ਵੀ ਮੈਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਹੈ ਦੁੱਧ ਪੀਣਾ। ਟੀਚਰ milk contains all the necessary nutrients needed for the body. ਬੇਟਾ ਦੁੱਧ ਦੇ ਵਿੱਚ ਸਰੀਰ ਲਈ ਲੋੜ ਦੇ ਸਾਰੇ ਪੌਸ਼ਟਿਕ ਤੱਤ ਹੁੰਦੇ ਨੇ। It is called a complete food. ਇਸ ਨੂੰ ਸੰਪੂਰਨ ਭੋਜਨ ਕਿਹਾ ਜਾਂਦਾ ਹੈ। So we must drink milk. ਇਸ ਲਈ ਸਾਨੂੰ ਦੁੱਧ ਜ਼ਰੂਰ ਪੀਣਾ ਚਾਹੀਦਾ ਹੈ। ਇੱਥੇ ਦਿੱਤੀ ਹੋਈ ਹੈ ਐਕਟੀਵਿਟੀ।
Measure the height of your friends and yourself and write this data in inches and centimeters in the table given below. ਆਪਣੇ ਦੋਸਤਾਂ ਅਤੇ ਆਪਣੇ ਆਪ ਦੀ ਉਚਾਈ ਨੂੰ ਮਾਪੋ ਅਤੇ ਇਸ ਟੇਬਲ ਦੇ ਵਿੱਚ ਉਹਨੂੰ ਦਰਜ ਕਰੋ ਸੈਂਟੀਮੀਟਰ ਜਾਂ ਫਿਰ ਇੰਚਸ ਦੇ ਵਿੱਚ। ਇੱਥੇ ਤੁਸੀਂ ਨੇਮ ਲਿਖੋਗੇ, ਨਾਮ, ਹਾਈਟ ਇਨ ਇੰਚਸ, ਇੰਚ ਦੇ ਵਿੱਚ ਉਚਾਈ, ਹਾਈਟ ਇਨ ਸੈਂਟੀਮੀਟਰ, ਸੈਂਟੀਮੀਟਰ ਦੇ ਵਿੱਚ ਉਚਾਈ। आओ लिख ਲਈਏ। ਸਭ ਤੋਂ ਪਹਿਲੀ ਗੱਲ 1 ਇੰਚ ਇਕੁਅਲ ਟੂ 2.54 ਸੈਂਟੀਮੀਟਰ ਹੁੰਦਾ ਹੈ, ਜਾਂ ਫਿਰ ਤੁਸੀਂ ਕਹਿ ਸਕਦੇ ਹੋ 1 ਸੈਂਟੀਮੀਟਰ ਇਕੁਅਲ ਟੂ 0.3937 ਇੰਚਸ ਹੁੰਦਾ ਹੈ। ਇੱਥੇ ਮੈਂ ਨਾਮ ਲਿਖਤੇ ਨੇ ਰਾਹੁਲ 50 ਇੰਚਸ ਜਾਂ ਫਿਰ 127 ਸੈਂਟੀਮੀਟਰ, रुपिंदर 48 इंचेस 122 सेंटीमीटर, माई मेरी हाइट है 51 इंच या फिर 129.5 सेंटीमीटर। After coming back from school, Arsh told his parents that he was the tallest among all boys. School तो वापस आके अर्श ने अपने मापिया ਨੂੰ ਦੱਸਿਆ ਕਿ ਉਹ ਸਾਰੇ ਮੁੰਡਿਆਂ ਵਿੱਚੋਂ ਸਭ ਤੋਂ ਲੰਬਾ ਹੈ। His father said, increase your knowledge as per your height। ਤੇ ਉਸਦੇ ਪਿਤਾ ਜੀ ਨੇ ਕਿਹਾ ਵੀ ਆਪਣੇ ਕੱਦ ਦੇ ਹਿਸਾਬ ਨਾਲ ਆਪਣਾ ਗਿਆਨ ਦੇ ਵਿੱਚ ਵੀ ਵਾਧਾ ਕਰੋ। greater height should be accompanied by good qualities too। ਵੱਧ ਕੱਦ ਦੇ ਨਾਲ ਨਾਲ ਚੰਗੇ ਗੁਣ ਹੋਣੇ ਵੀ ਚਾਹੀਦੇ ਹਨ। despite her short height, your sister is admired for her beautiful handwriting। ਛੋਟੇ ਕੱਦ ਦੇ ਬਾਵਜੂਦ ਤੇਰੀ ਭੈਣ ਦੀ ਲਿਖਾਈ ਦੀ ਸਭ ਬਹੁਤ ਤਾਰੀਫ ਕਰਦੇ ਨੇ, ਪ੍ਰਸ਼ੰਸਾ ਕਰਦੇ ਨੇ। all her teachers love her। ਉਸਦੇ ਸਾਰੇ ਅਧਿਆਪਕ ਉਸਨੂੰ ਬਹੁਤ ਪਿਆਰ ਕਰਦੇ ਹਨ। your mother sings very sweetly and your uncle is a good painter। ਤੁਹਾਡੇ ਮਾਤਾ ਜੀ ਬਹੁਤ ਮਿੱਠਾ ਗਾਉਂਦੇ ਨੇ ਤੇ ਤੇਰੇ ਚਾਚਾ ਜੀ ਚੰਗੇ ਚਿੱਤਰਕਾਰ ਹਨ। different people have different qualities or expertise। expertise ਦਾ ਮਤਲਬ ਹੁੰਦਾ ਹੈ ਹੁਨਰ। ਇੱਥੇ ਲਿਖਿਆ ਗਿਆ ਵੱਖ-ਵੱਖ ਲੋਕਾਂ ਦੇ ਵਿੱਚ ਵੱਖ-ਵੱਖ ਗੁਣ ਜਾਂ ਫਿਰ ਹੁਨਰ ਹੁੰਦੇ ਹਨ। some of your friends may excel in studies and others in sports। ਤੁਹਾਡੇ ਕੁਝ ਦੋਸਤ ਪੜ੍ਹਾਈ ਵਿੱਚ ਅਤੇ ਕੁਝ ਖੇਡਾਂ ਵਿੱਚ ਬਹੁਤ ਉਦਮ ਹੋ ਸਕਦੇ ਹਨ, ਵਧੀਆ ਹੋ ਸਕਦੇ ਹਨ। we should appreciate the qualities of all। ਸਾਨੂੰ ਸਾਰਿਆਂ ਦੇ ਗੁਣਾਂ ਦੀ ਕਦਰ ਕਰਨੀ ਚਾਹੀਦੀ ਹੈ। we should take inspiration from them and inculcate good qualities in ourselves। ਸਾਨੂੰ ਉਹਨਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਆਪਣੇ ਅੰਦਰ ਚੰਗੇ ਗੁਣ ਪੈਦਾ ਕਰਨੇ ਚਾਹੀਦੇ ਹਨ। think and answer। ਸੋਚੋ ਤੇ ਜਵਾਬ ਦਿਓ। ਪਹਿਲਾ ਕੁਐਸਚਨ ਹੈ which member of your family has the loudest voice। ਤੁਹਾਡੇ ਪਰਿਵਾਰ ਦੇ ਕਿਹੜੇ ਮੈਂਬਰ ਦੀ ਆਵਾਜ਼ ਸਭ ਤੋਂ ਉੱਚੀ ਹੈ। ਇਸ ਦਾ ਉੱਤਰ ਹੈ my grandmother has the loudest voice in our family। ਮੇਰੇ ਦਾਦੀ ਜੀ ਦੀ ਸਭ ਤੋਂ ਉੱਚੀ ਆਵਾਜ਼ ਹੈ। second question who laughs the loudest in your family। ਤੁਹਾਡੇ ਪਰਿਵਾਰ ਵਿੱਚ ਸਭ ਤੋਂ ਵੱਧ ਕੌਣ ਹੱਸਦਾ ਹੈ। my mother laughs the loudest in our family। ਮੇਰੇ ਮਾਤਾ ਜੀ ਸਾਡੇ ਪਰਿਵਾਰ ਵਿੱਚ ਸਭ ਤੋਂ ਉੱਚੀ ਹੱਸਦੇ ਨੇ। third who speaks in a low voice in your family। ਤੁਹਾਡੇ ਪਰਿਵਾਰ ਵਿੱਚ ਕੌਣ ਨੀਵੀਂ ਆਵਾਜ਼ ਜਾਂ ਸਭ ਤੋਂ ਹੌਲੀ ਬੋਲਦਾ ਹੈ। my elder sister speaks in a low voice in our family। ਮੇਰੇ ਪਰਿਵਾਰ ਵਿੱਚ ਮੇਰੀ ਜੋ ਵੱਡੀ ਭੈਣ ਹੈ ਉਹ ਬਹੁਤ ਹੌਲੀ ਬੋਲਦੀ ਹੈ। ਚੌਥਾ question who speaks the loudest in your class। ਤੁਹਾਡੀ ਕਲਾਸ ਵਿੱਚ ਸਭ ਤੋਂ ਉੱਚੀ ਕੌਣ ਬੋਲਦਾ ਹੈ। my friend Sukhmani speaks in the loudest voice in our class। ਮੇਰੀ ਕਲਾਸ ਦੇ ਵਿੱਚ, ਮੇਰੇ ਜਮਾਤ ਦੇ ਵਿੱਚ ਮੇਰੀ ਦੋਸਤ ਸੁਖਮਨੀ ਸਭ ਤੋਂ ਉੱਚਾ ਬੋਲਦੀ ਹੈ। ਸਭ ਤੋਂ ਉੱਚੀ ਆਵਾਜ਼ ਉਸੇ ਦੀ ਹੈ। fifth question whose handwriting is the most beautiful in your class। ਤੁਹਾਡੀ ਕਲਾਸ ਵਿੱਚ ਕਿਸ ਦੀ ਲਿਖਾਈ ਸਭ ਤੋਂ ਵਧੀਆ ਹੈ। my friend Aman has the most beautiful handwriting in our class। ਮੇਰੇ ਦੋਸਤ ਅਮਨ ਦੀ ਲਿਖਾਈ ਸਾਡੀ ਜਮਾਤ ਵਿੱਚ ਸਭ ਤੋਂ ਸੁੰਦਰ ਹੈ। a new girl ਰੇਸ਼ਮਾ joined Arsh's class। ਇੱਕ ਨਵੀਂ ਕੁੜੀ ਰੇਸ਼ਮਾ ਨੇ ਅਰਸ਼ ਦੀ ਜਮਾਤ ਵਿੱਚ ਦਾਖਲਾ ਲਿਆ। she had long hair। ਉਸਦੇ ਲੰਬੇ ਵਾਲ ਸਨ। girls appreciated her hair and inquired about the reason for her long hair। ਤੇ ਸਾਰੀ ਕੁੜੀਆਂ ਨੇ ਉਸਦੇ ਵਾਲਾਂ ਦੀ ਬਹੁਤ ਤਾਰੀਫ ਕੀਤੀ ਤੇ ਉਸਦੇ ਲੰਬੇ ਵਾਲਾਂ ਦਾ
ਕਾਰਨ ਵੀ ਪੁੱਛਿਆ ਵੀ ਕਿਵੇਂ ਨੇ ਲੰਬੇ ਤੇ ਸੁੰਦਰ ਬਾਲ ਹੈਗੇ ਨੇ ਤੇਰੇ। ਰੇਸ਼ਮਾ, ਮਾਈ ਮਦਰ ਆਲਸੋ ਹੈਜ਼ ਲੌਂਗ ਹੇਅਰ। ਤੇ ਰੇਸ਼ਮਾ ਦੱਸਦੀ ਹੈ ਵੀ ਮੇਰੇ ਮਾਤਾ ਜੀ ਦੇ ਵੀ ਲੰਬੇ ਬਾਲ ਹਨ। ਗੁਰਪ੍ਰੀਤ, I have brownish hair and my plate is also small। ਗੁਰਪ੍ਰੀਤ ਦੱਸਦੀ ਹੈ ਵੀ ਮੇਰੇ ਵਾਲ ਭੂਰੇ ਜੇ ਹੈਗੇ ਨੇ ਤੇ ਮੇਰੀ ਜਿਹੜੀ ਗੁੱਤਾਂ ਹੈਗੀਆਂ ਉਹ ਵੀ ਛੋਟੀਆਂ ਛੋਟੀਆਂ ਨੇ। ਪਲੇਟ ਦਾ ਮਤਲਬ ਗੁੱਤਾਂ। ਨੀਤੂ, ਗੁੱਡੀ has curly hair। ਗੁੱਡੀ ਦੇ ਘੁੰਗਰਾਲੇ ਬਾਲ ਨੇ। Her brother also has curly hair। ਤੇ ਉਸਦੇ ਭਰਾ ਦੇ ਵੀ ਘੁੰਗਰਾਲੇ ਬਾਲ ਨੇ। ਗੁੱਡੀ, yes, my hair remain curly even after combing again and again। ਤੇ ਗੁੱਡੀ ਦੱਸਦੀ ਹੈ ਵੀ ਹਾਂ, ਵਾਰ-ਵਾਰ ਕੰਘੀ ਕਰਨ ਦੇ ਬਾਵਜੂਦ ਮੇਰੇ ਬਾਲ ਘੁੰਗਰਾਲੇ ਹੀ ਰਹਿੰਦੇ ਹਨ। ਐਕਟੀਵਿਟੀ ਦਿੱਤੀ ਹੋਈ ਹੈ, note these facts in your class। ਦੱਸਿਆ ਗਿਆ ਵੀ ਇਹਨਾਂ ਗੱਲਾਂ ਬਾਰੇ ਆਪਣੀ ਕਲਾਸ ਦੇ ਵਿੱਚ ਜਿਹੜੀ ਜਾਣਕਾਰੀ ਹੈ ਉਹ ਇਕੱਠੀ ਕਰੋ। ਪਹਿਲਾ, which child has curly hair। ਕਿਸ ਬੱਚੇ ਦੇ ਵਾਲ ਘੁੰਗਰਾਲੇ ਹੈਗੇ ਨੇ ਤੁਹਾਡੀ ਜਮਾਤ ਦੇ ਵਿੱਚ। ਨੈਨਾ has curly hair। Second question, which child has dimples in his her cheeks। ਕਿਸ ਬੱਚੇ ਦੇ ਗੱਲਾਂ ਵਿੱਚ ਡਿੰਪਲ ਹੈਗੇ ਨੇ। My friend Pawan has dimples in her cheeks। अगला है, who can touch his her nose with his her tongue। कौन अपनी जीभ नाल अपने नक नू छू सकता है। My friend Rahul can touch his nose with his tongue। Fourth question, who can fold his her tongue to make a pipe like structure। कौन अपनी जीभ नू इंज मोड़ सकता है जिवें की पाइप बनाई होवे। आंसर है, my friend इनायत can fold her tongue to make a pipe-like structure। आगे है, ask the students which of their qualities resemble their family and relatives। अपने ਦੋਸਤਾਂ ਨੂੰ ਪੁੱਛੋ ਵੀ ਉਹਨਾਂ ਦੇ ਕਿਹੜੇ-ਕਿਹੜੇ ਗੁਣ ਹੈਗੇ ਨੇ ਜੋ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਮੇਲ-ਜੋਲ ਖਾਂਦੇ ਨੇ। ਤੁਸੀਂ ਇਹ ਪੁੱਛ ਸਕਦੇ ਹੋ। ਇੱਥੇ ਲਿਖਿਆ ਹੈ, many physical qualities are inherited from the parents like complexion, height, features, etc। ਕਈ ਸਰੀਰਕ ਗੁਣ ਮਾਤਾ ਪਿਤਾ ਤੋਂ ਵਿਰਸੇ ਦੇ ਵਿੱਚ ਮਿਲਦੇ ਹਨ ਜਿਵੇਂ ਕਿ ਰੰਗ, ਉਚਾਈ, ਵਿਸ਼ੇਸ਼ਤਾਵਾਂ ਆਦਿ। but some are acquired by our own efforts। ਪਰ ਕੁਝ ਸਾਡੇ ਆਪਣੇ ਯਤਨਾਂ ਦੁਆਰਾ ਪ੍ਰਾਪਤ ਕੀਤੇ ਜਾਂਦੇ ਹਨ। Our diet and exercise affect our physical characteristics। ਸਾਡੀ ਖੁਰਾਕ ਅਤੇ ਕਸਰਤ ਸਾਡੀਆਂ ਸਰੀਰਕ ਵਿਸ਼ੇਸ਼ਤਾਵਾਂ ਨੂੰ ਪ੍ਰਭਾਵਿਤ ਕਰਦੀਆਂ ਹਨ। We learn some habits from our family and our surroundings। Example, rising early in the morning and cleanliness। ਤੇ ਅਸੀਂ ਆਪਣੇ ਪਰਿਵਾਰ ਅਤੇ ਆਪਣੇ ਆਲੇ ਦੁਆਲੇ ਤੋਂ ਕੁਝ ਆਦਤਾਂ ਸਿੱਖਦੇ ਹਨ ਜਿਵੇਂ ਕਿ ਸਵੇਰੇ ਜਲਦੀ ਉੱਠਣਾ ਤੇ ਸਫਾਈ ਰੱਖਣਾ। ਅੱਗੇ ਹੈਗਾ ਬੱਚਿਓ ਐਕਟੀਵਿਟੀ। ਥਰਡ ਐਕਟੀਵਿਟੀ, tick for yes and cross for no। Which of these habits are possessed by you or your family members। ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ ਤੇ ਇਹ ਦੱਸੋ ਇਹਨਾਂ ਵਿੱਚੋਂ ਕਿਹੜੀਆਂ ਆਦਤਾਂ ਹਨ ਜੋ ਤੁਹਾਡੇ ਜਾਂ ਤੁਹਾਡੇ ਪਰਿਵਾਰ ਦੇ ਮੈਂਬਰਾਂ ਕੋਲ ਹੈਗੀਆਂ ਨੇ। ਇੱਥੇ ਲਿਖਿਆ ਕੁਆਲਿਟੀਜ਼ ਜਾਂ ਹੈਬਿਟਸ, ਗੁਣ ਜਾਂ ਆਦਤਾਂ, ਸੈਲਫ ਤੁਹਾਡੇ ਕੋਲ, ਯੂਅਰ ਫੈਮਿਲੀ ਮੈਂਬਰ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਕੋਲ, ਜਾਂ ਤੁਹਾਡੇ ਕਲਾਸਮੇਟ ਤੁਹਾਡੇ ਜਮਾਤ ਦੇ ਵਿੱਚ ਜਿਹੜੇ ਬੱਚੇ ਹੈਗੇ ਨੇ ਉਹਨਾਂ ਕੋਲ। ਸਭ ਤੋਂ ਪਹਿਲਾ ਹੈ ਰਾਈਜ਼ਿੰਗ अर्ਲੀ ਇਨ ਦ ਮਾਰਨਿੰਗ। ਸਵੇਰੇ ਜਲਦੀ ਉੱਠਣਾ, ਹਾਂਜੀ ਮੇਰੇ ਕੋਲ, ਮੇਰੀ ਫੈਮਿਲੀ ਤੇ ਮੇਰੇ ਕਲਾਸਮੇਟਸ ਵੀ। ਟੇਕਿੰਗ ਬਾਥ ਡੇਲੀ, ਰੋਜ਼ਾਨਾ ਨਹਾਉਣਾ ਸਾਰੇ ਕਰਦੇ ਨੇ। ਬ੍ਰਸ਼ਿੰਗ ਟੀਥ ਐਵਰੀ ਡੇ, ਮੈਂ, ਮੇਰੇ ਪਰਿਵਾਰ ਦੇ ਮੈਂਬਰ, ਮੇਰੇ ਫਰੈਂਡਸ। ਵਾਸ਼ਿੰਗ ਹੈਂਡਸ ਬਿਫੋਰ ਮੀਲ, ਖਾਣ ਤੋਂ ਪਹਿਲਾਂ ਆਪਣੇ ਹੱਥ ਧੋਣੇ, ਹਾਂਜੀ। ਗੋਇੰਗ ਸਕੂਲ ਔਨ ਟਾਈਮ, ਸਮੇਂ ਸਿਰ ਸਕੂਲ ਜਾਣਾ, ਮੇਰੇ ਘਰ ਦੇ ਕੰਮ ਤੇ ਸਮੇਂ ਸਿਰ ਜਾਂਦੇ ਨੇ ਤੇ ਮੇਰੇ ਦੋਸਤ ਵੀ ਸਮੇਂ ਸਿਰ ਹੀ ਸਕੂਲ ਜਾਂਦੇ ਨੇ। ਸ਼ਾਰਟ ਟੈਂਪਰ, ਛੇਤੀ ਗੁੱਸਾ ਆ ਜਾਣਾ, ਨਹੀਂ ਜੀ। ਐਬਿਊਜ਼ਿੰਗ ਅਦਰਸ, ਦੂਜਿਆਂ ਨੂੰ ਗਲਤ ਕਹਿਣਾ, ਬਿਲਕੁਲ ਵੀ ਨਹੀਂ। ਟੈਲਿੰਗ ਲਾਈਜ਼, ਝੂਠ ਬੋਲਣਾ, ਕੋਈ ਵੀ ਨਹੀਂ। It was the marriage of Arsh's aunt, so new clothes were to be bought। ਅਰਸ਼ ਦੇ ਮਾਸੀ ਜੀ ਦਾ ਵਿਆਹ ਸੀ, ਆਂਟੀ ਦਾ ਵਿਆਹ ਸੀ, ਇਸ ਲਈ ਨਵੇਂ ਕੱਪੜੇ ਖਰੀਦਨੇ ਸਨ। Arsh went to the market along with his family। ਤੇ ਅਰਸ਼ ਆਪਣੇ ਪਰਿਵਾਰ ਸਮੇਤ ਬਾਜ਼ਾਰ ਚਲਾ ਗਿਆ।
Shopkeeper showed different colored clothes to them. ਤੇ ਦੁਕਾਨਦਾਰ ਨੇ ਉਹਨਾਂ ਨੂੰ ਵੱਖ-ਵੱਖ ਰੰਗਾਂ ਦੇ ਕੱਪੜੇ ਦਿਖਾਏ. Arsh liked blue colored cloth while his sister did not like that color. ਅਰਸ਼ ਨੂੰ ਨੀਲੇ ਰੰਗ ਦਾ ਕੱਪੜਾ ਪਸੰਦ ਆਇਆ ਜਦਕਿ ਉਸਦੀ ਭੈਣ ਨੂੰ ਉਹ ਰੰਗ ਬਿਲਕੁਲ ਵੀ ਨਹੀਂ ਪਸੰਦ ਆਇਆ. She suggested him green colored printed cloth ਤੇ ਉਸਨੇ ਉਸਨੂੰ ਹਰੇ ਰੰਗ ਦੇ ਪ੍ਰਿੰਟ ਕੀਤੇ ਗਏ ਕੱਪੜੇ ਨੂੰ ਲੈਣ ਦੇ ਲਈ ਕਿਹਾ. Arsh showed his dislike for the print by his facial expression. ਤੇ ਅਰਸ਼ ਨੇ ਆਪਣੇ ਚਿਹਰੇ ਦੇ ਹਾਵ ਭਾਵਾਂ ਤੋਂ ਆ ਜਿਹੜਾ ਪ੍ਰਿੰਟ ਵਾਲਾ ਕੱਪੜਾ ਸੀ ਉਸ ਵੱਲ ਆਪਣੀ ਨਾਪਸੰਦੀ ਜ਼ਾਹਿਰ ਕੀਤੀ. Arsh's mother said that both colors were attractive. Everyone has his own choice for colors. ਤੇ ਅਰਸ਼ ਦੇ ਮਾਤਾ ਜੀ ਨੇ ਕਿਹਾ ਕਿ ਦੋਵੇਂ ਰੰਗ ਬਹੁਤ ਆਕਰਸ਼ਕ ਵਧੀਆ ਹੈਗੇ ਨੇ ਪਰ ਰੰਗਾਂ ਲਈ ਹਰ ਕਿਸੇ ਦੀ ਆਪਣੀ ਪਸੰਦ ਹੁੰਦੀ ਹੈ. Actually, no two persons have a similar choice. ਅਸਲ ਵਿੱਚ ਕਿਸੇ ਵੀ ਦੋ ਵਿਅਕਤੀਆਂ ਦੀ ਇੱਕ ਸਮਾਨ ਕੋਈ ਵੀ choice ਜਾਂ ਪਸੰਦ ਨਹੀਂ ਹੋ ਸਕਦੀ. In school, some students like to eat rice while others dislike it. ਸਕੂਲ ਵਿੱਚ ਵੀ ਕੁਝ ਵਿਦਿਆਰਥੀ ਚਾਵਲ ਖਾਣਾ ਪਸੰਦ ਕਰਦੇ ਨੇ ਜਦੋਂ ਕਿ ਦੂਸਰੇ ਬਿਲਕੁਲ ਨਾਪਸੰਦ ਕਰਦੇ ਨੇ ਉਸ ਨੂੰ. Some children like to have sweets while others like spicy. ਕੁਝ ਬੱਚਿਆਂ ਨੂੰ ਮਿਠਾਈ ਖਾਣਾ ਪਸੰਦ ਹੁੰਦਾ ਹੈ ਜਦੋਂ ਕਿ ਦੂਸਰੇ ਮਸਾਲੇਦਾਰ ਚੀਜ਼ਾਂ ਖਾਣਾ ਪਸੰਦ ਕਰਦੇ ਨੇ. This all depends on the different areas and family culture to which they belong. ਇਹ ਸਭ ਵੱਖ-ਵੱਖ ਖੇਤਰਾਂ ਤੇ ਪਰਿਵਾਰਕ ਸੱਭਿਆਚਾਰਕ ਦੇ ਨਾਲ ਵੀ ਸੰਬੰਧ ਰੱਖਦਾ ਹੈ. People from Bengal eat fish while some can't even tolerate the smell of fish. ਬੰਗਾਲ ਦੇ ਜਿਹੜੇ ਲੋਕ ਹੈਗੇ ਨੇ ਉਹ ਮੱਛੀ ਖਾਂਦੇ ਨੇ ਜਦਕਿ ਕੁਝ ਲੋਕ ਮੱਛੀ ਦੀ ਖੁਸ਼ਬੂ ਵੀ ਬਰਦਾਸ਼ਤ ਨਹੀਂ ਕਰ ਸਕਦੇ ਉਹਨਾਂ ਨੂੰ ਉਹ ਵੀ ਬਦਬੂ ਲੱਗਦੀ ਹੈ. As Punjab is a wheat producing state, people of Punjab like to eat chapatis, whereas people from many other states prefer rice. Punjab ਕਣਕ ਪੈਦਾ ਕਰਨ ਵਾਲਾ ਸੂਬਾ ਹੋਣ ਕਰਕੇ ਪੰਜਾਬ ਦੇ ਲੋਕ ਰੋਟੀਆਂ ਖਾਣਾ ਪਸੰਦ ਕਰਦੇ ਨੇ ਜਦੋਂ ਕਿ ਹੋਰ ਕਈ ਰਾਜਾਂ ਦੇ ਲੋਕ ਚੌਲ ਖਾਣਾ ਜ਼ਿਆਦਾ ਪਸੰਦ ਕਰਦੇ ਨੇ. First question, tick the right and cross the wrong sentence. ਸਹੀ ਜਾਂ ਗਲਤ ਦਾ ਨਿਸ਼ਾਨ ਲਾਓ ਵਾਕਾਂ ਅੱਗੇ. ਪਹਿਲਾ, all people like same kind of things. ਲੋਕਾਂ ਨੂੰ ਸਾਰਿਆਂ ਨੂੰ ਇੱਕ ਕਿਸਮ ਦੀਆਂ ਚੀਜ਼ਾਂ ਪਸੰਦ ਆਉਂਦੀਆਂ ਨੇ? ਬਿਲਕੁਲ ਨਹੀਂ, ਆਪਣੋ ਆਪਣੀ ਪਸੰਦ ਹੁੰਦੀ ਹੈ. ਦੂਜਾ, every person possesses certain qualities. ਹਰ ਇੱਕ ਵਿਅਕਤੀ ਵਿੱਚ ਕੁਝ ਗੁਣ ਹੁੰਦੇ ਹਨ? ਬਿਲਕੁਲ. Beautiful handwriting is liked by all. ਸੁੰਦਰ ਲਿਖਾਈ ਸਭ ਨੂੰ ਪਸੰਦ ਆਂਦੀ ਹੈ? ਹਾਂਜੀ. We should not take exercise. ਸਾਨੂੰ ਕਸਰਤ ਨਹੀਂ ਕਰਨੀ ਚਾਹੀਦੀ? ਗਲਤ ਹੈ, ਕਰਨੀ ਚਾਹੀਦੀ ਹੈ. ਅਗਲਾ, milk contains all nutrients. ਦੁੱਧ ਦੇ ਵਿੱਚ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ? ਬਿਲਕੁਲ. Second question ਹੈ, tick the correct answer. ਸਹੀ ਤੇ ਨਿਸ਼ਾਨ ਲਾਓ. Which quality can we gain by labor? ਅਸੀਂ ਮਿਹਨਤ ਨਾਲ ਕਿਹੜੇ ਗੁਣ ਹਾਸਲ ਕਰ ਸਕਦੇ ਹਨ? ਕਲਰ, ਰੰਗ, ਫੀਚਰਸ, ਵਿਸ਼ੇਸ਼ਤਾਵਾਂ ਜਾਂ ਗੁੱਡ ਹੈਲਥ, ਚੰਗੀ ਸਿਹਤ. ਅਸੀਂ ਚੰਗੀ ਸਿਹਤ ਹਾਸਲ ਕਰ ਸਕਦੇ ਹਾਂ. ਅਗਲਾ ਹੈ ਸੈਕਿੰਡ, ਪੀਪਲ ਆਫ ਵਿਚ ਸਟੇਟ ਈਟ ਮਚ ਫਿਸ਼. ਕਿਸ ਰਾਜ ਦੇ ਲੋਕ ਬਹੁਤ ਜ਼ਿਆਦਾ ਮੱਛੀ ਖਾਂਦੇ ਹਨ? ਪੰਜਾਬ, ਬੰਗਾਲ ਜਾਂ ਹਰਿਆਣਾ? ਬੰਗਾਲ ਦੇ. What do people of Bihar like to eat? ਬਿਹਾਰ ਦੇ ਲੋਕ ਕੀ ਖਾਣਾ ਪਸੰਦ ਕਰਦੇ ਨੇ? ਚਪਾਤੀ, ਰਾਈਸ ਜਾਂ ਫਿਸ਼? ਰੋਟੀ, ਚਾਵਲ ਜਾਂ ਮੱਛੀ? ਰਾਈਸ, ਚਾਵਲ. ਥਰਡ ਕੁਐਸਚਨ ਹੈਗਾ, why should we drink milk? ਸਾਨੂੰ ਦੁੱਧ ਕਿਉਂ ਪੀਣਾ ਚਾਹੀਦਾ ਹੈ? Milk is a good source of protein and calcium. It is a complete meal in itself and is important for bone development and muscle functioning. ਦੁੱਧ ਪੌਸ਼ਟਿਕ ਤੱਤ ਹੈਗਾ, ਇਹ ਸਾਡੀ ਸਿਹਤ ਦੇ ਲਈ ਬਹੁਤ ਜ਼ਰੂਰੀ ਹੈ. ਇੱਕ ਸੰਪੂਰਨ ਪੋਸ਼ਣ ਹੈਗਾ ਸਾਡੇ ਹੱਡੀਆਂ ਦੇ ਵਿਕਾਸ ਦੇ ਲਈ ਤੇ ਮਾਸਪੇਸ਼ੀਆਂ ਦੇ ਕੰਮ ਕਰਦੇ ਰਹਿਣ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ. Fourth question, which things affect our eating habits? ਕਿਹੜੀਆਂ ਚੀਜ਼ਾਂ ਸਾਡੀਆਂ ਖਾਣ ਪੀਣ ਦੀਆਂ ਆਦਤਾਂ ਨੂੰ ਪ੍ਰਭਾਵਿਤ ਕਰਦੀਆਂ ਹਨ? Eatables available in the area, the climate,
traditions, rituals, etiquettes prevailing in that area all affect the eating habits. ਖੇਤਰ ਦੇ ਵਿੱਚ ਮੌਜੂਦਾ ਹਾਲਾਤ, ਉੱਥੇ ਦਾ ਮੌਸਮ, ਗਤੀਵਿਧੀ ਤੇ ਨਾਲ ਦੀ ਨਾਲ ਉਹਨਾਂ ਦੇ ਜਿਹੜੇ ਐਟੀਕੇਟਸ ਹੁੰਦੇ ਨੇ, ਖਾਣ ਪੀਣ ਦੀਆਂ ਆਦਤਾਂ, ਉਹ ਸਭ ਪ੍ਰਭਾਵਿਤ ਕਰਦੀਆਂ ਨੇ ਕਿਸੇ ਵੀ ਖੇਤਰ ਦੀ ਈਟਿੰਗ ਹੈਬਿਟਸ। ਅੱਗੇ ਹੈ ਸਾਈਨ ਲੈਂਗੁਏਜ, ਇਸ਼ਾਰਿਆਂ ਦੇ ਨਾਲ ਗੱਲਬਾਤ ਕਰਨੀ। After purchasing the clothes, Arsh returned home with his mother and sister. ਕੱਪੜੇ ਖਰੀਦਣ ਤੋਂ ਬਾਅਦ ਅਰਸ਼ ਆਪਣੇ ਮਾਤਾ ਜੀ ਅਤੇ ਭੈਣ ਦੇ ਨਾਲ ਘਰ ਵਾਪਸ ਪਰਤਿਆ। His father was watching television at home. ਤੇ ਘਰ ਵਿੱਚ ਉਸਦੇ ਪਿਤਾ ਜੀ ਟੀਵੀ ਦੇਖ ਰਹੇ ਸਨ। Lady on the television screen was making gestures very quickly, but she was not speaking anything. ਟੈਲੀਵਿਜ਼ਨ ਸਕਰੀਨ ਤੇ ਇੱਕ ਬੀਬੀ ਬੜੀ ਤੇਜ਼ ਤਰੀਕੇ ਦੇ ਨਾਲ ਇਸ਼ਾਰੇ ਕਰ ਰਹੀ ਸੀ, ਪਰ ਉਹ ਕੁਝ ਬੋਲ ਨਹੀਂ ਸੀ ਰਹੀ। Arsh was astonished to see her because he could not understand anything. ਤੇ ਅਰਸ਼ ਉਸਨੂੰ ਦੇਖ ਕੇ ਹੈਰਾਨ ਰਹਿ ਗਿਆ ਕਿਉਂਕਿ ਉਸਨੂੰ ਕੁਝ ਸਮਝ ਨਹੀਂ ਸੀ ਆ ਰਿਹਾ। He asked his father, "What is that lady doing?" ਤੇ ਉਸਨੇ ਆਪਣੇ ਪਿਤਾ ਜੀ ਨੂੰ ਪੁੱਛਿਆ, ਬੀਬੀ ਕੀ ਕਰ ਰਹੀ ਹੈ? His father told him that she was presenting news for the people who can't hear and speak. ਤੇ ਉਸਦੇ ਪਿਤਾ ਜੀ ਨੇ ਉਸਨੂੰ ਦੱਸਿਆ ਕਿ ਉਹ ਉਹਨਾਂ ਲੋਕਾਂ ਲਈ ਖਬਰਾਂ ਪੇਸ਼ ਕਰ ਰਹੀ ਹੈ ਜੋ ਸੁਣ ਤੇ ਬੋਲ ਨਹੀਂ ਸਕਦੇ। ਅਰਸ਼ ਕਹਿੰਦਾ ਹੈ, How can they understand news with the action of hands? ਹੱਥਾਂ ਦੀ ਕਿਰਿਆ ਦੇ ਨਾਲ ਉਹ ਕਿਵੇਂ ਸਮਝ ਸਕਦੇ ਹਨ? Father, they have learned the sign language. ਉਹਨਾਂ ਨੇ ਇਸ ਸਾਈਨ ਦੀ ਭਾਸ਼ਾ ਸਿੱਖੀ ਹੈ। ਅਰਸ਼, Where do we learn this language from? ਅਸੀਂ ਇਹ ਭਾਸ਼ਾ ਕਿੱਥੋਂ ਸਿੱਖਦੇ ਹਾਂ? Father, there are special schools too for these children where they are taught to express their feelings and to understand others by sign language. ਪਿਤਾ ਜੀ ਦੱਸਦੇ ਨੇ ਵੀ ਇਹਨਾਂ ਬੱਚਿਆਂ ਲਈ ਵਿਸ਼ੇਸ਼ ਸਕੂਲ ਵੀ ਹੈਗੇ ਨੇ ਜਿੱਥੇ ਉਹਨਾਂ ਨੂੰ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨਾ ਅਤੇ ਦੂਜਿਆਂ ਨੂੰ ਸਮਝਣਾ ਸਿਖਾਇਆ ਜਾਂਦਾ ਹੈ। ਆ ਦੇਖੋ ਜਿਵੇਂ ਲਿਖਿਆ ਹੈਲੋ, ਗੁੱਡ ਬਾਏ, ਨਾਈਸ ਟੂ ਮੀਟ ਯੂ, ਤੁਹਾਨੂੰ ਮਿਲ ਕੇ ਚੰਗਾ ਲੱਗਿਆ, ਯੈਸ, ਹਾਂ, ਨੋ, ਪਲੀਜ਼, ਥੈਂਕਸ, ਧੰਨਵਾਦ, ਐਵੇਂ ਕਹੀ ਦਾ। ਇਹ ਹੈਗਾ ਬੱਚਿਓ ਸਾਈਨ ਚਾਰਟ, ਇਸ਼ਾਰਿਆਂ ਨਾਲ ਗੱਲ ਕਰਨ ਦੇ ਲਈ ਇੱਕ ਚਾਰਟ। ਅੱਗੇ ਹੈ, although it seems difficult to understand or convey through this type of language, yet these people understand it easily. ਭਾਵੇਂ ਇਸ ਕਿਸਮ ਦੀ ਭਾਸ਼ਾ ਰਾਹੀਂ ਸਮਝਾਣਾ ਆਪਣੇ ਆਪ ਨੂੰ ਜਾਂ ਫਿਰ ਸਮਝਣਾ ਕਾਫੀ ਔਖਾ ਲੱਗਦਾ ਹੈ, ਫਿਰ ਵੀ ਕਾਫੀ ਲੋਕ ਇਸ ਦਾ ਇਸਤੇਮਾਲ ਕਰਦੇ ਨੇ ਤੇ ਇਸ ਨੂੰ ਆਸਾਨੀ ਦੇ ਨਾਲ ਸਮਝ ਲੈਂਦੇ ਹਨ। If a person lacks one sense organ, the brain concentrates on remaining sense organs which become more sensitive. Example, visually impaired people are more sensitive to touch and their hearing power is also very strong. ਤੇ ਇੱਥੇ ਦੱਸਿਆ ਗਿਆ ਹੈ ਵੀ ਜੇਕਰ ਕਿਸੇ ਵਿਅਕਤੀ ਵਿੱਚ ਇੱਕ ਗੁਣ ਘੱਟ ਹੋਵੇ, ਉਹਨੂੰ ਘੱਟ ਸੁਣਦਾ ਹੋਏ, ਤਾਂ ਜਿਹੜਾ ਦਿਮਾਗ ਹੈ ਉਹ ਦੂਜੇ ਹਿੱਸੇ ਤੇ ਜ਼ਿਆਦਾ ਧਿਆਨ ਦਿੰਦਾ ਹੈ। ਮੰਨ ਲਓ ਕਿਸੇ ਨੂੰ ਘੱਟ ਸੁਣਾਈ ਦਿੰਦਾ ਹੈ ਤਾਂ ਜਿਹੜਾ ਦਿਮਾਗ ਹੈਗਾ ਉਹ ਵਿਸ਼ੇਸ਼ ਤੌਰ ਤੇ ਧਿਆਨ ਦਿੰਦਾ ਹੈ ਵੀ ਜਦ ਕਿਸੇ ਨੂੰ ਛੂਣਾ ਹੋਵੇ ਜਾਂ ਕਿਸੇ ਨੂੰ ਸੁਣਨਾ ਹੋਵੇ, ਉਹ ਵਾਲੇ ਹੁਨਰ ਵੱਧ ਜਾਂਦੇ ਨੇ, ਮਜ਼ਬੂਤ ਹੋ ਜਾਂਦੇ ਨੇ। Similarly, deaf people, deaf ਦਾ ਭਾਵ ਹੈ ਜਿਹੜੇ ਸੁਣ ਨਹੀਂ ਸਕਦੇ, make more use of eyes. ਜਿਹੜੇ ਸੁਣ ਨਹੀਂ ਸਕਦੇ ਉਹਨਾਂ ਦੀਆਂ ਅੱਖਾਂ ਜ਼ਿਆਦਾ ਤੇਜ਼ ਹੁੰਦੀਆਂ ਨੇ ਤੇ ਉਹ ਅੱਖਾਂ ਦੀ ਜ਼ਿਆਦਾ ਵਰਤੋਂ ਕਰਦੇ ਨੇ। So these kind of people are nowadays called differently abled rather than handicapped. ਪਹਿਲਾਂ ਅਜਿਹੇ ਲੋਕਾਂ ਨੂੰ ਹੈਂਡੀਕੈਪ ਕਿਹਾ ਜਾਂਦਾ ਸੀ, ਜਿਹਦਾ ਮਤਲਬ ਹੁੰਦਾ ਹੈ ਅਪਾਹਿਜ। ਇਹ ਲੋਕ ਅਪਾਹਜ ਨਹੀਂ ਹੁੰਦੇ, ਇਹ ਲੋਕ ਹੋਰ ਤਰੀਕੇ ਦੇ ਨਾਲ ਸਮਰਥ ਹੁੰਦੇ ਨੇ। ਠੀਕ ਹੈ ਬੱਚਿਓ, देयर नीड्स आर डिफरेंट, ਇਹਨਾਂ ਦੀਆਂ ਜ਼ਰੂਰਤਾਂ ਵੀ ਵੱਖ ਹੁੰਦੀਆਂ ਨੇ, ਲੋੜਾਂ ਵੱਖਰੀਆਂ ਹੁੰਦੀਆਂ ਨੇ। If their needs are properly fulfilled, they can lead not only a normal life but also can excel in different fields. Helen Keller
is a great example. ਤੇ ਇੱਥੇ ਦੱਸਿਆ ਗਿਆ ਹੈ ਵੀ ਜੇਕਰ ਇਹਨਾਂ ਦੀਆਂ ਜ਼ਰੂਰਤਾਂ ਨੂੰ ਢੰਗ ਸਿਰ ਪੂਰਾ ਕੀਤਾ ਜਾਏ ਸਹੀ ਤਰੀਕੇ ਦੇ ਨਾਲ ਤਾਂ ਨਾ ਸਿਰਫ ਉਹ ਇੱਕ ਆਮ ਜੀਵਨ ਦੇ ਵੱਲ ਅੱਗੇ ਵੱਧ ਸਕਦੇ ਨੇ ਸਗੋਂ ਵੱਖ-ਵੱਖ ਖੇਤਰਾਂ ਦੇ ਵਿੱਚ ਵੀ ਅੱਗੇ ਹੋਰ ਹੁਨਰ ਆਪਣਾ ਦਿਖਾ ਸਕਦੇ ਨੇ। ਜਿਵੇਂ ਉਦਾਹਰਨ ਤੌਰ ਤੇ ਗੱਲ ਕੀਤੀ ਗਈ ਹੈ ਇਸ ਕੁੜੀ ਦੀ ਜਿਹਦਾ ਨਾਮ ਹੈ ਹੈਲਨ ਕੈਲਰ। ਆਓ ਪੜ੍ਹਦੇ ਹਾਂ ਕੀ ਖਾਸ ਗੱਲ ਹੈ ਇਸ ਬਾਰੇ। ਹੈਲਨ ਕੈਲਰ was deaf and blind. ਹੈਲਨ ਕੈਲਰ ਬੋਲੀ ਅਤੇ ਅੰਧੀ ਸੀ but she got good education, ਪਰ ਉਸਨੂੰ ਚੰਗੀ ਸਿੱਖਿਆ ਪ੍ਰਾਪਤ ਕੀਤੀ। ਉਹਨੇ wrote dozens of books, ਜੀ ਹਾਂ ਉਹਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ। traveled around the world, ਦੁਨੀਆ ਭਰ ਦੀ ਯਾਤਰਾ ਕੀਤੀ। met with different presidents of America and received many prizes and honors. ਤੇ ਉਸਨੇ ਵੱਖ-ਵੱਖ ਰਾਸ਼ਟਰਪਤੀਆਂ ਦੇ ਨਾਲ ਵੀ ਮੁਲਾਕਾਤ ਕੀਤੀ ਅਮਰੀਕਾ ਦੇ ਤੇ ਬਹੁਤ ਸਾਰੇ ਇਨਾਮ ਤੇ ਸਨਮਾਨ ਵੀ ਪ੍ਰਾਪਤ ਕੀਤੇ। ਆ ਦੇਖੋ ਹੈਲਨ ਕੈਲਰ ਐਂਡ ਐਨ ਸੁਲਿਵਨ। ਆਓ ਅੱਗੇ ਪੜ੍ਹਦੇ ਹਾਂ। She was 1.5 years old when she lost her hearing and eyesight due to illness. ਉਹ 1.5 ਸਾਲ ਦੀ ਸੀ ਜਦ ਉਸਨੂੰ ਸੁਣਨ ਅਤੇ ਅੱਖਾਂ ਦੀ ਰੋਸ਼ਨੀ ਵੀ ਉਹਦੀ ਗਵਾਚ ਗਈ। When she was 7 years old, her parents hired an able teacher, Anne Sullivan, for her education. ਜਦੋਂ ਉਹ 7 ਸਾਲਾਂ ਦੀ ਸੀ ਤਾਂ ਉਸਦੇ ਮਾਪਿਆਂ ਨੇ ਉਸਦੀ ਸਿੱਖਿਆ ਲਈ ਇੱਕ ਯੋਗ ਅਧਿਆਪਕ ਜਿਹਦਾ ਨਾਮ ਸੀ ਐਨ ਸੈਲੀਵਨ ਉਸਨੂੰ ਨਿਯੁਕਤ ਕੀਤਾ। She tried to teach Helen by writing words on her hand, but it was difficult as the meaning could not be conveyed to her by speaking or by showing. ਤੇ ਜਿਹੜੇ ਟੀਚਰ ਸੀ ਉਹਨਾਂ ਨੇ ਹੈਲਨ ਨੂੰ ਆਪਣੇ ਹੱਥਾਂ ਤੇ ਸ਼ਬਦ ਲਿਖ ਕੇ ਸਿਖਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਮੁਸ਼ਕਲ ਸੀ ਕਿਉਂਕਿ ਉਸ ਨੂੰ ਬੋਲਿਆ ਵੀ ਨਹੀਂ ਜਾ ਸਕਦਾ ਸੀ ਤੇ ਉਹ ਦੇਖ ਵੀ ਨਹੀਂ ਸਕਦੀ ਸੀ ਵੀ ਕੀ ਲਿਖਿਆ ਹੈ। One day, while sitting near a tap, her teacher put a few drops of water on one of her hands and wrote water on the other. ਤੇ ਇੱਕ ਵਾਰ ਦੀ ਗੱਲ ਹੈ ਇੱਕ ਟੂਟੀ ਦੇ ਕੋਲ ਬੈਠੇ ਸਨ ਉਹ ਦੋਵੇਂ ਤੇ ਉਸਦੇ ਅਧਿਆਪਕਾਂ ਨੇ ਉਸਦੇ ਇੱਕ ਹੱਥ ਵਿੱਚ ਪਾਣੀ ਦੀਆਂ ਕੁਝ ਬੂੰਦਾਂ ਰੱਖੀਆਂ ਅਤੇ ਦੂਜੇ ਉੱਤੇ ਪਾਣੀ ਲਿਖਿਆ। From that day, Helen was able to understand the meaning of words. ਤੇ ਉਸ ਦਿਨ ਤੋਂ ਹੈਲਨ ਸ਼ਬਦਾਂ ਦੇ ਅਰਥ ਸਮਝਣ ਯੋਗ ਹੋ ਗਈ ਸੀ। She touched the ground immediately and teacher wrote ground on her hand. ਤੇ ਉਸਨੇ ਜ਼ਮੀਨ ਨੂੰ ਛੂਇਆ ਤਾਂ ਉਸਦੇ ਅਧਿਆਪਕ ਨੇ ਫਟਾਫਟ ਉਸਦੇ ਹੱਥ ਤੇ ਲਿਖਤਾ ਜ਼ਮੀਨ। This way she learned 30 words in one day. ਤੇ ਇਸ ਤਰ੍ਹਾਂ ਉਸਨੇ ਕੁੱਲ 30 ਸ਼ਬਦ ਸਿੱਖ ਲਏ ਇੱਕ ਦਿਨ ਦੇ ਵਿੱਚ and thus started her education. ਤੇ ਇਸ ਤਰ੍ਹਾਂ ਉਸਨੇ ਆਪਣੀ ਪੜ੍ਹਾਈ ਸ਼ੁਰੂ ਕਰ ਦਿੱਤੀ। She learned 5 languages through Braille script and became a famous writer. ਜਿਹੜੇ ਲੋਕ ਦੇਖ ਨਹੀਂ ਸਕਦੇ ਉਹਨਾਂ ਦੇ ਲਈ ਪੜ੍ਹਾਈ ਕਰਨ ਦੇ ਲਈ ਇੱਕ ਸਕ੍ਰਿਪਟ ਹੁੰਦੀ ਹੈ ਜਿਹਨੂੰ ਆਪਾਂ ਬ੍ਰੇਲ ਸਕ੍ਰਿਪਟ ਕਹਿੰਦੇ ਆ ਤੇ ਉਹਨੇ ਆਪਣੀ ਖੂਬੀ ਪੜ੍ਹਾਈ ਕੀਤੀ ਨਾ ਕੇਵਲ ਇੱਕ ਭਾਸ਼ਾ ਬਲਕਿ ਉਹਨੇ 5 ਬੋਲੀਆਂ ਸਿੱਖੀ ਤੇ ਉਹ ਇੱਕ ਬਹੁਤ ਮਸ਼ਹੂਰ ਲੇਖਕ ਵੀ ਬਣ ਗਈ। Many people got inspiration from her life. ਤੇ ਕਈ ਲੋਕਾਂ ਨੇ ਉਹਦੇ ਜੀਵਨ ਤੋਂ ਪ੍ਰੇਰਣਾ ਵੀ ਲਈ। ਇੱਥੇ ਲਿਖਿਆ ਹੈ try to know, ਜਾਣਨ ਦੀ ਕੋਸ਼ਿਸ਼ ਕਰੋ। Do you know any person who is unable to listen, speak or see? How has he overcome his inability? ਕਿ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋ ਜੋ ਸੁਣਨ, ਬੋਲਣ ਜਾਂ ਦੇਖਣ ਦੇ ਵਿੱਚ ਅਸਮਰਥ ਹੋਵੇ? ਉਸ ਇਨਸਾਨ ਨੇ ਆਪਣੀ ਅਯੋਗਤਾ ਨੂੰ ਕਿਵੇਂ ਦੂਰ ਕੀਤਾ? It is important fact to remember that lack of one sense organ doesn't make someone disabled. Instead, it makes them differently abled. ਕਹਿਣ ਤੋਂ ਭਾਵ ਹੈ ਜੇ ਕਿਸੇ ਦੇ ਵਿੱਚ ਇੱਕ ਵਿਸ਼ੇਸ਼ਤਾ ਨਾ ਹੋਵੇ, ਇੱਕ ਗੁਣ ਨਾ ਹੋਵੇ, ਕਿਸੇ ਇੱਕ ਕੰਮ ਦੇ ਉਹ ਯੋਗ ਨਾ ਹੋਣ ਤਾਂ ਉਹ ਅਪਾਹਜ ਨਹੀਂ ਹੋ ਜਾਂਦੇ। ਉਹਨਾਂ ਦੇ ਵਿੱਚ ਹੋਰ ਗੁਣ ਹੋ ਜਾਂਦੇ ਨੇ ਪੈਦਾ ਤੇ ਉਹ ਹੋਰ ਗੁਣਾਂ ਦੇ ਵਿੱਚ ਜ਼ਿਆਦਾ ਯੋਗਦਾਨ ਦਿੰਦੇ ਨੇ ਉਹਦਾ ਦਿਮਾਗ। One of my friends was deaf and this is how he overcame his problem. ਮੇਰਾ ਇੱਕ ਦੋਸਤ
ਸੁਣ ਨਹੀਂ ਸੀ ਸਕਦਾ ਤੇ ਉਹਨੇ ਇਸ ਸਮੱਸਿਆ ਦਾ ਹੱਲ ਕਿਵੇਂ ਕੀਤਾ। We always used to maintain eye contact while communicating. ਅਸੀਂ ਗੱਲਬਾਤ ਕਰਦੇ ਸਮੇਂ ਹਮੇਸ਼ਾ ਅੱਖਾਂ ਦਾ ਸੰਪਰਕ ਬਣਾਈ ਰੱਖਦੇ ਸਨ। Hugging while greeting or leaving. ਜਦ ਅਸੀਂ ਮਿਲਦੇ ਸਨ ਜਾਂ ਇੱਕ ਦੂਜੇ ਤੋਂ ਦੂਰ ਹੁੰਦੇ ਸਨ ਅਸੀਂ ਜੱਫੀ ਪਾਉਂਦੇ ਸਨ। Used different sign language to communicate, like waving, tapping the shoulders, stamping on the floor, banging the table, or even used to turn the lights on and off to get someone's attention. ਤੇ ਵੱਖ-ਵੱਖ ਸੰਕੇਤ ਭਾਸ਼ਾ ਵੀ ਅਸੀਂ ਵਰਤਦੇ ਸਨ ਜੇ ਕਿਸੇ ਨੂੰ ਬੁਲਾਉਣਾ ਹੋਵੇ, ਜਿਵੇਂ ਹੱਥ ਹਿਲਾਉਣਾ, ਮੋਢਿਆਂ ਤੇ ਟੈਪ ਕਰਨਾ, ਮਾਰਨਾ ਹਲਕੇ ਦੇ ਨਹੀਂ, ਤੇ ਨਾਲ ਦੀ ਨਾਲ ਫਰਸ਼ ਤੇ ਪੈਰ ਮਾਰਨਾ, ਟੇਬਲ ਤੇ ਹੱਥ ਮਾਰਨਾ, ਲਾਈਟ ਨੂੰ ਔਨ ਆਫ ਕਰ ਦੇਣਾ ਤਾਂ ਕਿ ਕਿਸੇ ਦਾ ਵੀ ਅਟੈਂਸ਼ਨ ਆਪਾਂ ਪਾ ਸਕੀਏ, ਪਤਾ ਲੱਗ ਜਾਏ ਵੀ ਅਸੀਂ ਕਿਸੇ ਨੂੰ ਬੁਲਾ ਰਹੇ ਹੈਗੇ ਹਾਂ। ਅੱਗੇ ਗੱਲ ਕੀਤੀ ਗਈ ਹੈ ਬ੍ਰੇਲ ਸਕ੍ਰਿਪਟ ਦੇ ਬਾਰੇ। You have already learned in class 3rd that a special script has been developed for the people who are unable to see. ਤੁਸੀਂ ਤੀਜੀ ਕਲਾਸ ਦੇ ਵਿੱਚ ਪਹਿਲਾਂ ਹੀ ਸਿੱਖਿਆ ਹੈ ਕਿ ਉਹਨਾਂ ਲੋਕਾਂ ਲਈ ਇੱਕ ਵਿਸ਼ੇਸ਼ ਸਕ੍ਰਿਪਟ ਬਣਾਈ ਗਈ ਹੈ, ਤਿਆਰ ਕੀਤੀ ਗਈ ਹੈ ਜੋ ਦੇਖ ਨਹੀਂ ਸਕਦੇ। This script can be understood by touching, ਤੇ ਇਸ ਲਿਪੀ ਨੂੰ ਛੂ ਕੇ ਸਮਝਿਆ ਜਾ ਸਕਦਾ ਹੈ, and it is called braille script, ਤੇ ਇਸ ਨੂੰ ਬ੍ਰੇਲ ਲਿਪੀ ਜਾਂ ਸਕ੍ਰਿਪਟ ਕਿਹਾ ਜਾਂਦਾ ਹੈ। In this script, dots are engraved on the paper instead of writing words so that the person can touch it. ਤੇ ਇਸ ਭਾਸ਼ਾ ਦੇ ਵਿੱਚ ਸ਼ਬਦ ਲਿਖਣ ਦੀ ਬਜਾਏ ਕਾਗਜ਼ ਉੱਤੇ ਬਿੰਦੀਆਂ ਉਤਾਰੀਆਂ ਜਾਂਦੀਆਂ ਹਨ, ਜਿਵੇਂ ਗੜੀਆਂ ਹੁੰਦੀਆਂ ਨੇ, ਤਾਂ ਜੋ ਵਿਅਕਤੀ ਉਸ ਨੂੰ ਛੂ ਕੇ ਪਹਿਚਾਨ ਸਕੇ। Given below are symbols in Braille script for English alphabet. ਹੇਠਾਂ ਅੰਗਰੇਜ਼ੀ ਦੇ ਜਿਹੜੇ ਸ਼ਬਦ ਹੈਗੇ ਨੇ ਉਹਨਾਂ ਨੂੰ ਬ੍ਰੇਲ ਸਕ੍ਰਿਪਟ ਦੇ ਵਿੱਚ ਚਿੰਨ੍ਹਾਂ ਦੇ ਵਿੱਚ ਲਿਖਿਆ ਹੋਇਆ। ਦੇਖੋ, A ਨੂੰ ਇੱਕ ਡਾਟ ਦੇ ਨਾਲ, B ਨੂੰ 2 ਡਾਟ ਦੇ ਨਾਲ, C ਨੂੰ ਇੱਧਰ ਕਰਕੇ, D ਨੂੰ ਇੰਜ ਲਿਖੀਦਾ ਤੇ ਇਹਨੂੰ ਛੂ ਕੇ ਉਂਗਲਾਂ ਰਾਹੀਂ ਤੁਸੀਂ ਪਛਾਣ ਸਕਦੇ ਹੋ। ਠੀਕ ਹੈ ਬੱਚਿਓ, ਜੋ ਲੋਕ ਨਹੀਂ ਦੇਖ ਸਕਦੇ ਉਹਨਾਂ ਦੇ ਲਈ ਇਹ ਸਿੰਬਲਸ ਹੈਗੇ ਨੇ। Some people are unable to walk properly. ਕੁਝ ਲੋਕ ਠੀਕ ਤਰੀਕੇ ਦੇ ਨਾਲ ਤੁਰ ਵੀ ਨਹੀਂ ਸਕਦੇ। They can move from one place to another only with the help of crutches, tricycles or on wheelchair. ਉਹ ਸਿਰਫ ਬੈਠ ਕੇ ਚੇਅਰ ਤੇ ਇੱਕ ਥਾਂ ਤੋਂ ਦੂਜੀ ਥਾਂ ਉਸ ਦੀ ਮਦਦ ਦੇ ਨਾਲ, ਜਾਂ ਫਿਰ ਕ੍ਰੈਚਸ ਹੁੰਦੇ ਨੇ ਜਿਨ੍ਹਾਂ ਨੂੰ ਫੜ ਕੇ ਤੁਸੀਂ ਚੱਲਦੇ ਹੋ, ਜਾਂ ਫਿਰ ਵੀਲ ਚੇਅਰ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਜਾ ਸਕਦੇ ਨੇ। But tricycles can't reach the buildings which are above ground level and have stairs. ਜਿਹੜੇ ਟ੍ਰਾਈਸਾਈਕਲ ਹੁੰਦੇ ਨੇ, ਜੋ ਉਹਨਾਂ ਲਈ ਬਣੇ ਹੁੰਦੇ ਨੇ, ਜੋ ਚੱਲ ਫਿਰ ਨਹੀਂ ਸਕਦੇ, ਉਹ ਉਸ ਰਾਹੀਂ ਉਹਨਾਂ ਥਾਵਾਂ ਤੇ, ਉਹਨਾਂ ਇਮਾਰਤਾਂ ਤੱਕ ਨਹੀਂ ਪਹੁੰਚ ਸਕਦੇ ਜੋ ਜ਼ਮੀਨ ਥੋੜੇ ਤੋਂ ਉੱਤੇ ਬਣੀਆਂ ਹੋਈਆਂ ਨੇ, ਜਾਂ ਜਿੱਥੇ ਸਟੇਅਰਸ ਹੈਗੀਆਂ ਨੇ, ਪੌੜੀਆਂ ਹੈਗੀਆਂ ਨੇ। To overcome this difficulty, ramps are made near the stairs in public places so that differently abled people can use tricycles or wheelchairs without any difficulty. ਤੇ ਇਸ ਮੁਸ਼ਕਲ ਨੂੰ ਦੂਰ ਕਰਨ ਦੇ ਲਈ ਜਨਤਕ ਥਾਵਾਂ ਤੇ ਪੌੜੀਆਂ ਦੇ ਨੇੜੇ ਹੀ ਰੈਂਪ ਬਣਾਏ ਗਏ ਨੇ, ਤਾਂ ਜੋ ਵੱਖ-ਵੱਖ ਤਰੀਕੇ ਦੇ ਵਿੱਚ ਜਿਹੜੇ ਲੋਕ ਆਉਂਦੇ ਨੇ, ਜੋ ਚੱਲ ਫਿਰ ਨਹੀਂ ਸਕਦੇ, ਉਹ ਰੈਂਪ ਦਾ ਇਸਤੇਮਾਲ ਕਰਕੇ ਬਿਨਾਂ ਕਿਸੇ ਮੁਸ਼ਕਲ ਤੋਂ ਆਪਣੀ ਥਾਂ ਪਹੁੰਚ ਸਕਣ। You might have seen ramps along with stairs in the recently built rooms or toilets of your school. ਤੇ ਤੁਸੀਂ ਆਪਣੇ ਸਕੂਲ ਦੇ ਹਾਲ ਹੀ ਵਿੱਚ ਬੜੇ ਕਮਰਿਆਂ ਜਾਂ ਫਿਰ ਨਵੀਂ ਥਾਵਾਂ ਤੇ ਟਾਇਲਟਸ ਦੇ ਵਿੱਚ ਪੌੜੀਆਂ ਦੇ ਨਾਲ ਦੇਖੇ ਹੋਣੇ ਰੈਂਪ। Actually, many children affected with polio disease had been unable to walk properly. ਦਰਅਸਲ ਪੋਲੀਓ ਦੀ ਬਿਮਾਰੀ ਨਾਲ ਪ੍ਰੇਰਿਤ ਬਹੁਤ ਸਾਰੇ ਬੱਚੇ ਠੀਕ ਤਰੀਕੇ ਦੇ ਨਾਲ ਚੱਲ ਫਿਰ ਨਹੀਂ ਸਕਦੇ ਸਨ। But the disease has been controlled in India. As a result, the number of children suffering from polio has been reduced. ਪਰ ਭਾਰਤ ਵਿੱਚ ਇਸ ਬਿਮਾਰੀ ਤੇ ਕਾਬੂ ਪਾਇਆ ਗਿਆ ਹੈ ਤੇ ਨਤੀਜੇ ਵਜੋਂ ਪੋਲੀਓ ਤੋਂ ਪੀੜਿਤ
ਬੱਚਿਆਂ ਦੀ ਗਿਣਤੀ ਹੁਣ ਘਟਦੀ ਜਾ ਰਹੀ ਹੈ। Sometimes due to old age, accidents or other reasons, many people are unable to walk without help. ਤੇ ਕਈ ਵਾਰ ਬੁਢਾਪੇ ਕਰਕੇ, ਕਿਸੇ ਦੁਰਘਟਨਾ ਵਜੋਂ ਜਾਂ ਹੋਰ ਕਈ ਕਾਰਨਾਂ ਕਰਕੇ ਬਹੁਤ ਸਾਰੇ ਲੋਕ ਬਿਨਾਂ ਮਦਦ ਤੋਂ ਤੁਰ ਫਿਰ ਨਹੀਂ ਸਕਦੇ। We should always help such persons, keeping in mind their problems. ਤੇ ਸਾਨੂੰ ਅਜਿਹੇ ਵਿਅਕਤੀਆਂ ਦੀ ਹਮੇਸ਼ਾ ਮਦਦ ਕਰਨੀ ਚਾਹੀਦੀ ਹੈ, ਉਹਨਾਂ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਉਹਨਾਂ ਨੂੰ ਕਿੰਨੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੋਏਗਾ। We should never make fun of their physical weakness. ਤੇ ਸਾਨੂੰ ਉਹਨਾਂ ਦੀ ਸਰੀਰਕ ਕਮਜ਼ੋਰੀਆਂ ਦਾ ਕਦੇ ਵੀ ਮਜ਼ਾਕ ਨਹੀਂ ਉਡਾਉਣਾ ਚਾਹੀਦਾ। For teacher, ਅਧਿਆਪਕ ਦੇ ਲਈ, some activities can be performed to make children aware and to sensitize them about the problems faced by differently abled people. ਬੱਚਿਆਂ ਨੂੰ ਜਾਗਰੂਕ ਕਰਨ ਅਤੇ ਵੱਖ-ਵੱਖ ਤੌਰ ਤੇ ਅਪਾਹਜ ਲੋਕਾਂ ਨੂੰ ਜਿਹੜੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਉਹਨਾਂ ਬਾਰੇ ਦੱਸਿਆ ਜਾ ਸਕਦਾ ਹੈ, ਸਮਝਾਇਆ ਜਾ ਸਕਦਾ ਹੈ, ਸਾਵਧਾਨ ਕੀਤਾ ਜਾ ਸਕਦਾ ਹੈ। Example, a child can be blindfolded for 2 hours, or let a child fold his leg and tie it with a cloth, or cover the mouth of another child with the help of a cloth so that he may not speak or may interact only using gestures. ਉਦਾਹਰਨ ਵਜੋਂ ਇੱਕ ਬੱਚੇ ਨੂੰ 2 ਘੰਟਿਆਂ ਦੇ ਲਈ ਅੱਖਾਂ ਉੱਤੇ ਪੱਟੀ ਬੰਨੀ ਜਾ ਸਕਦੀ ਹੈ, ਜਾਂ ਇੱਕ ਬੱਚੇ ਨੂੰ ਲੱਤ ਮੋੜ ਕੇ ਉਸਤੇ ਕੱਪੜਾ ਬੰਨਿਆ ਜਾ ਸਕਦਾ ਹੈ, ਜਾਂ ਕਿਸੇ ਹੋਰ ਬੱਚੇ ਦਾ ਮੂੰਹ ਬੰਦ ਕੀਤਾ ਜਾ ਸਕਦਾ ਹੈ ਕਿਸੇ ਕੱਪੜੇ ਦੀ ਮਦਦ ਵਜੋਂ, ਤਾਂ ਜੋ ਬੋਲ ਨਾ ਸਕੇ ਤੇ ਸਿਰਫ ਇਸ਼ਾਰਿਆਂ ਦੀ ਵਰਤੋਂ ਨਾਲ ਹੀ ਗੱਲਬਾਤ ਕਰ ਸਕੇ। Other children should help them in above activities. ਤੇ ਜਿਹੜੇ ਬਾਕੀ ਵਿਦਿਆਰਥੀ ਹੈਗੇ ਨੇ ਹੋਰ ਬੱਚਿਆਂ ਨੂੰ ਉਪਰੋਕਤ ਗਤੀਵਿਧੀ ਵਿੱਚ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ, ਜੋ ਕਿਸੇ ਸਮੱਸਿਆ ਦੇ ਵਿੱਚ ਹੈਗੇ ਨੇ, ਦੇਖ ਨਹੀਂ ਸਕਦੇ, ਬੋਲ ਨਹੀਂ ਸਕਦੇ, ਚੱਲ ਨਹੀਂ ਸਕਦੇ। These activities will help them realize the problems of handicapped people. ਤੇ ਇਹ ਗਤੀਵਿਧੀਆਂ ਉਹਨਾਂ ਨੂੰ, ਜਿਹੜੇ ਲੋਕ ਚੱਲ ਫਿਰ ਨਹੀਂ ਸਕਦੇ, ਉਹਨਾਂ ਦੀ ਸਮੱਸਿਆ ਨੂੰ ਸਮਝਣ ਦੇ ਵਿੱਚ ਮਦਦ ਕਰੇਗੀ। This activity will make them realize their physical incompleteness and they will become sensitive towards the problems faced by others. ਇਹ ਗਤੀਵਿਧੀ ਨਾਲ ਉਹਨਾਂ ਨੂੰ ਆਪਣੀ ਸਰੀਰਕ ਜਿਹੜੀ ਕਮੀਆਂ ਹੈਗੀਆਂ ਉਹਨਾਂ ਬਾਰੇ ਅਹਿਸਾਸ ਹੋਵੇਗਾ ਤੇ ਉਹ ਦੂਜਿਆਂ ਦੇ ਪ੍ਰਤੀ ਹੋਰ ਸਮਝਦਾਰ ਹੋ ਜਾਣਗੇ, ਉਹਨਾਂ ਨੂੰ ਹੋਰ ਸੁਚੇਤ ਕਰੇਗੀ ਇਹ ਗਤੀਵਿਧੀ ਵੀ ਕਿਵੇਂ ਪੇਸ਼ ਆਣਾ ਹੈ ਉਹਨਾਂ ਲੋਕਾਂ ਨਾਲ ਜੋ ਲੋਕ ਡਿਫਰੈਂਟਲੀ ਏਬਲਡ ਹੈਗੇ ਨੇ। ਅੱਗੇ ਚੱਲਦੇ ਹਾਂ। Things to remember, ਯਾਦ ਰੱਖਣ ਯੋਗ ਗੱਲਾਂ। People have different tastes for eating and dressing. ਲੋਕਾਂ ਦੇ ਖਾਣ ਪੀਣ ਅਤੇ ਪਹਿਰਾਵੇ ਦੇ ਵੱਖੋ ਵੱਖਰੇ ਟੇਸਟ ਜਾਂ ਸਵਾਦ ਹੁੰਦੇ ਨੇ। Height, features and physical qualities are inherited from the parents. ਕੱਦ, ਵਿਸ਼ੇਸ਼ਤਾਵਾਂ ਅਤੇ ਸਰੀਰਕ ਗੁਣ ਮਾਪਿਆਂ ਤੋਂ ਵਿਰਸੇ ਵਿੱਚ ਮਿਲਦੇ ਹਨ। Balanced diet and exercise are necessary for good health. ਚੰਗੀ ਸਿਹਤ ਲਈ ਸੰਤੁਲਿਤ ਖੁਰਾਕ ਅਤੇ ਕਸਰਤ ਜ਼ਰੂਰੀ ਹੈ। The eating habits of the people are deeply affected by their areas and the family culture. ਲੋਕਾਂ ਦੀਆਂ ਖਾਣ ਪੀਣ ਦੀਆਂ ਆਦਤਾਂ ਉਹਨਾਂ ਦੇ ਖੇਤਰ ਤੇ ਨਾਲ ਦੀ ਨਾਲ ਪਰਿਵਾਰਕ ਸੱਭਿਆਚਾਰ ਦੇ ਨਾਲ ਬਹੁਤ ਸੰਬੰਧ ਰੱਖਦੀਆਂ ਨੇ, ਪ੍ਰਭਾਵਿਤ ਹੁੰਦੀਆਂ ਨੇ। Most of the people in Punjab eat chapatis due to the large production of wheat. ਕਣਕ ਦੀ ਵੱਡੀ ਪੈਦਾਵਾਰ ਹੋਣ ਕਾਰਨ ਪੰਜਾਬ ਦੇ ਬਹੁਤੇ ਲੋਕ ਚਪਾਤੀ ਜਾਂ ਫਿਰ ਰੋਟੀ ਖਾਂਦੇ ਨੇ। The script which is understood by touching is called Braille script. ਜਿਸ ਸਕ੍ਰਿਪਟ ਨੂੰ ਛੂਹਣ ਨਾਲ ਸਮਝਿਆ ਜਾ ਸਕਦਾ ਹੈ ਉਸਨੂੰ ਬ੍ਰੇਲ ਸਕ੍ਰਿਪਟ ਕਹੀਦਾ। ਅੱਗੇ ਚੱਲਦੇ ਹਾਂ। 5th question, fill in the blanks, ਖਾਲੀ ਥਾਵਾਂ ਭਰੋ। First, Helen Keller could not see and hear. Helen Keller ਸੁਣ ਵੀ ਨਹੀਂ ਸਕਦੀ ਸੀ ਤੇ ਦੇਖ ਵੀ ਨਹੀਂ ਸਕਦੀ ਸੀ। Second, the script understood by touching is called, ਜਿਹੜੀ ਸਕ੍ਰਿਪਟ ਨੂੰ ਛੂਹਣ ਨਾਲ ਸਮਝਿਆ ਜਾ ਸਕਦਾ ਹੈ ਉਸਨੂੰ ਕਹਿੰਦੇ ਆ ਬ੍ਰੇਲ ਸਕ੍ਰਿਪਟ।
तीजा, the children were unable to walk due to dash disease. कुछ बच्चे चल फिर नहीं सकते क्योंकि उन्हां नू केड़ी बीमारी हुंदी है? पोलियो. Sixth question, which sense organs of the blind persons become more active? ਜਿਹੜੇ ਦੇਖ ਨਹੀਂ ਸਕਦੇ ਵਿਅਕਤੀ ਉਹਨਾਂ ਦੇ ਹੋਰ ਕਿਹੜੀਆਂ ਇੰਦਰੀਆਂ ਕੰਮ ਦੇ ਵਿੱਚ ਆ ਜਾਂਦੀਆਂ ਨੇ? Differently abled people lack one or the other sense organ in their body. Their brain concentrates on other senses and makes them strong. For example, deaf people make more use of their eyes. Those who are visually impaired are very sensitive to touch and have strong hearing power. ਇੱਥੇ ਲਿਖਿਆ ਗਿਆ ਡਿਫਰੈਂਟਲੀ ਏਬਲਡ ਜਿਹੜੇ ਲੋਕ ਹੈਗੇ ਨੇ ਜਿਨ੍ਹਾਂ ਵਿੱਚ ਇੱਕ ਗੁਣ ਦੀ ਘਾਟ ਹੈਗੀ ਹੈ, ਉਹਨਾਂ ਦੇ ਬਾਕੀ ਸਾਰੇ ਗੁਣ ਜਿਹੜੇ ਹੈਗੇ ਨੇ ਉਹ ਉੱਭਰ ਕੇ ਬਾਹਰ ਆਉਂਦੇ ਨੇ ਤੇ ਦਿਮਾਗ ਉਹਨਾਂ ਤੇ ਜ਼ਿਆਦਾ ਧਿਆਨ ਦਿੰਦਾ ਹੈ, ਉਹਨਾਂ ਨੂੰ ਜ਼ਿਆਦਾ ਸ਼ਕਤੀਸ਼ਾਲੀ ਜਾਂ ਤਾਕਤਵਰ ਬਣਾ ਦਿੰਦਾ ਹੈ। ਜਿਵੇਂ ਕਿ ਜੋ ਲੋਕ ਸੁਣ ਨਹੀਂ ਸਕਦੇ ਉਹਨਾਂ ਦੀਆਂ ਅੱਖਾਂ ਬਹੁਤ ਕੰਮ ਕਰਦੀਆਂ ਨੇ, ਉਹ ਤੇਜ਼ ਹੁੰਦੀਆਂ ਨੇ। ਜੋ ਲੋਕ ਦੇਖ ਨਹੀਂ ਸਕਦੇ ਉਹ ਟੱਚ ਤੇ ਬਹੁਤ ਸੈਂਸਿਟਿਵ ਹੁੰਦੇ ਨੇ, ਜਦ ਉਹਨਾਂ ਨੂੰ ਛੂ ਜਾਂ ਕੋਈ ਆਵਾਜ਼ ਉਹ ਸੁਣ ਲੈਣ ਉਹ ਉਹਨਾਂ ਦੀਆਂ ਇੰਦਰੀਆਂ ਬਹੁਤ ਤੇਜ਼ ਕੰਮ ਕਰਦੀਆਂ ਨੇ। ਅੱਗੇ ਹੈ 7th question, which inspiration do we get from Helen Keller's life? Helen Keller ਦੀ ਜੀਵਨ ਤੋਂ ਸਾਨੂੰ ਕੀ ਪ੍ਰੇਰਣਾ ਮਿਲਦੀ ਹੈ? ਬੱਚਿਓ ਇਹ ਧਿਆਨ ਰੱਖਿਓ, ਇੱਥੇ ਇੰਸਪੀਰੇਸ਼ਨ ਦੇ ਸਪੈਲਿੰਗ ਗਲਤ ਨੇ, ਤੁਸੀਂ ਠੀਕ ਕਰ ਲੈਣੇ ਨੇ। ਹੁਣੀ ਮੈਂ ਦੱਸਦੀ ਹਾਂ ਕਿਵੇਂ ਠੀਕ ਨੇ। ਇਹ ਠੀਕ ਸਪੈਲਿੰਗ ਨੇ ਇੰਸਪੀਰੇਸ਼ਨ ਦੇ, ਤੇ ਇੱਥੇ ਲਿਖਿਆ we learn that one should not lose heart under any circumstances. ਸਾਨੂੰ ਕਦੇ ਵੀ ਹਿੰਮਤ ਜਾਂ ਹੌਸਲਾ ਨਹੀਂ ਛੱਡਣਾ ਚਾਹੀਦਾ ਕਿਸੇ ਵੀ ਹਾਲਤ ਦੇ ਵਿੱਚ। ਕੀਪ ਗੋਇੰਗ ਐਂਡ ਫਾਈਟ ਫॉर what you want. ਲੜਦੇ ਰਹੋ, ਚੱਲਦੇ ਰਹੋ, ਤੁਰਦੇ ਰਹੋ ਉਸ ਲਈ ਜੋ ਤੁਹਾਨੂੰ ਚਾਹੀਦਾ ਹੈ, ਜਿਸ ਚੀਜ਼ ਦੀ ਤੁਹਾਨੂੰ ਲੋੜ ਹੈ। ਡੋਂਟ ਗੈਟ ਡਿਸਕਰੇਜਡ ਬਾਈ ਐਨੀਥਿੰਗ, ਕਿਸੇ ਚੀਜ਼ ਤੋਂ ਵੀ ਨਿਰਾਸ਼ ਨਾ ਹੋ। The people who win in life are the ones who don't give up. ਜੋ ਲੋਕ ਜ਼ਿੰਦਗੀ ਦੀ ਦੌੜ ਦੇ ਵਿੱਚ ਜਿੱਤਦੇ ਹਨ ਉਹ ਉਹੀ ਹੁੰਦੇ ਹਨ ਜੋ ਕਦੇ ਵੀ ਹਾਰ ਨਹੀਂ ਮੰਨਦੇ। ਤੇ ਇਹ ਸੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਵਧੀਆ ਲੱਗੀ ਹੋਏਗੀ, ਤੁਸੀਂ ਜ਼ਰੂਰ ਕੁਝ ਨਵਾਂ ਸਿੱਖਿਆ ਹੋਏਗਾ। ਹੁਣ ਆਪਾਂ ਅਗਲੀ ਕਲਾਸ ਦੇ ਵਿੱਚ ਮਿਲਾਂਗੇ, ਤਦ ਤੱਕ ਆਪਣਾ ਧਿਆਨ ਰੱਖਿਓ। ਬਾਏ ਬਾਏ, ਟੇਕ ਕੇਅਰ।